डियर स्टूडेंट्स, स्वागत है ਤੁਹਾਡਾ ਭਾਰਤੀ ਸੰਸਦੀ ਪ੍ਰਣਾਲੀ ਦੇ 4 ਅੰਕਾਂ ਵਾਲੇ ਪ੍ਰਸ਼ਨ ਉੱਤਰ ਦੇ ਵੀਡੀਓ 'ਚ। ਪਹਿਲਾ ਪ੍ਰਸ਼ਨ ਹੈ, ਸੰਸਦੀ ਪ੍ਰਣਾਲੀ ਦੇ ਅਰਥ ਦੱਸੋ। ਸੰਸਦੀ ਪ੍ਰਣਾਲੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਸੰਸਦੀ ਤੇ ਪ੍ਰਣਾਲੀ। ਪ੍ਰਣਾਲੀ ਸ਼ਬਦ ਤੁਸੀਂ ਆਲਰੇਡੀ ਇਸ ਤੋਂ ਵਾਕਿਫ ਹੋ। ਸੰਸਦੀ ਉਹ ਪ੍ਰਣਾਲੀ ਹੈ ਜਿਸ ਦੇ ਵਿੱਚ ਸੰਸਦ ਹੁੰਦਾ, ਯਾਨੀ ਕਿ ਇੱਕ ਲੈਜਿਸਲੇਚਰ ਜਿਹੜਾ ਹੈ ਉਹ ਦੋ ਸਦਨਾਂ 'ਚ ਵੰਡਿਆ ਹੋਇਆ ਹੁੰਦਾ ਹੈ, ਔਰ ਸਰਕਾਰ ਦੇ ਜਿਹੜੇ ਦੋ ਅੰਗ ਹੈ ਉਹਨਾਂ 'ਚ ਗੂੜਾ ਸੰਬੰਧ ਹੁੰਦਾ ਹੈ, ਉਹ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ 'ਚ। ਤਾਂ ਆਓ ਇਸ ਪ੍ਰਸ਼ਨ ਨੂੰ ਕਰਦੇ ਹਾਂ। ਸਰਕਾਰ ਦੇ ਦੋ ਅੰਗ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧ ਦੇ ਆਧਾਰ 'ਤੇ ਸਰਕਾਰ ਦੇ ਦੋ ਰੂਪ ਹੁੰਦੇ ਹਨ, ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ। ਜਦੋਂ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਡੂੰਘਾ ਸੰਬੰਧ ਹੋਵੇ ਅਤੇ ਕਾਰਜਪਾਲਿਕਾ ਵਿਧਾਨ ਪਾਲਿਕਾ ਅੱਗੇ ਜਵਾਬਦੇਹ ਹੋਵੇ ਤਾਂ ਉਸਨੂੰ ਸੰਸਦੀ ਪ੍ਰਣਾਲੀ ਦਾ ਸਰਕਾਰ ਕਿਹਾ ਜਾਂਦਾ ਹੈ। ਸੰਸਦੀ ਸਰਕਾਰ ਵਿੱਚ ਰਾਜ ਦਾ ਮੁਖੀ ਨਾਮ ਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ ਅਤੇ ਮੰਤਰੀ ਪਰਿਸ਼ਦ, ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ, ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ ਹੈ। ਮੰਤਰੀ ਪਰਿਸ਼ਦ ਆਪਣੇ ਹਰ ਕਾਰਜ ਲਈ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਰਹਿੰਦਾ ਹੈ। ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਅਪਣਾਈ ਗਈ ਹੈ। ਇਸੇ ਦਾ ਉੱਤਰ। ਅਗਲਾ ਪ੍ਰਸ਼ਨ ਹੈ, ਸੰਸਦੀ ਪ੍ਰਣਾਲੀ ਦੀਆਂ 4 ਵਿਸ਼ੇਸ਼ਤਾਵਾਂ ਦੱਸੋ। ਤੇ ਪਹਿਲਾ ਉੱਤਰ ਹੈ, ਪਹਿਲੀ ਵਿਸ਼ੇਸ਼ਤਾ ਹੈ ਨਾਮ ਮਾਤਰ ਅਤੇ ਅਸਲੀ ਕਾਰਜਪਾਲਿਕਾ ਵਿੱਚ ਅੰਤਰ ਜਾਂ ਭੇਦ। ਸੰਸਦੀ ਸਰਕਾਰ ਵਿੱਚ ਰਾਜ ਦਾ ਮੁਖੀ ਨਾਮ ਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਅਸਲੀ ਮੁਖੀ ਹੁੰਦਾ ਹੈ। ਭਾਰਤ ਵਿੱਚ ਭਾਵੇਂ ਸੰਵਿਧਾਨ ਅਨੁਸਾਰ ਸ਼ਕਤੀਆਂ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਹਨ, ਪਰ ਉਹਨਾਂ ਸ਼ਕਤੀਆਂ ਦਾ ਅਸਲੀ ਵਰਤੋਂ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਕਰਦਾ ਹੈ। ਇਹ ਸੀ ਪਹਿਲੀ ਇਹਦੀ ਵਿਸ਼ੇਸ਼ਤਾ, ਨਾਮ ਮਾਤਰ ਅਤੇ ਅਸਲੀ ਕਾਰਜ ਸਾਧਕ ਮੁਖੀ ਵਿੱਚ ਅੰਤਰ, ਕਾਰਜਪਾਲਿਕਾ ਵਿੱਚ ਅੰਤਰ। ਦੂਸਰਾ ਹੈ ਪ੍ਰਧਾਨ ਮੰਤਰੀ ਦੀ ਅਗਵਾਈ। ਸੰਸਦੀ ਸਰਕਾਰ ਵਿੱਚ ਮੰਤਰੀ ਪਰਿਸ਼ਦ ਪ੍ਰਧਾਨ ਮੰਤਰੀ ਦੀ ਅਗਵਾਈ ਅਧੀਨ ਕੰਮ ਕਰਦਾ ਹੈ ਅਤੇ ਸਾਡੇ ਸੰਵਿਧਾਨ ਦੀ ਧਾਰਾ 74 ਅਨੁਸਾਰ ਪ੍ਰਧਾਨ ਮੰਤਰੀ ਨੂੰ ਮੰਤਰੀ ਪਰਿਸ਼ਦ ਦੇ ਮੁਖੀ ਦੇ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ। ਦੂਸਰੀ ਵਿਸ਼ੇਸ਼ਤਾ ਹੋ ਗਈ ਪ੍ਰਧਾਨ ਮੰਤਰੀ ਦੀ ਅਗਵਾਈ। ਤੀਸਰਾ ਹੈ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਸੰਸਦੀ ਸਰਕਾਰ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਭਾਵ ਸੰਸਦ ਅਤੇ ਮੰਤਰੀ ਪਰਿਸ਼ਦ ਵਿੱਚ ਗੂੜਾ ਸੰਬੰਧ ਹੁੰਦਾ ਹੈ। ਉਹ ਹੁੰਦਾ ਹੈ ਕਿ ਵੀ ਜਿਹੜੀ ਮੰਤਰੀ ਪਰਿਸ਼ਦ ਹੈ, ਯਾਨੀ ਕਿ ਜਿਹੜੀ ਕਾਰਜਪਾਲਿਕਾ ਹੈ, ਉਹ ਵਿਧਾਨ ਪਾਲਿਕਾ ਵਿੱਚੋਂ ਹੀ ਚੁਣੀ ਗਈ ਹੁੰਦੀ ਹੈ ਅਤੇ ਉਹਨਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਇਸ ਪ੍ਰਕਾਰ ਇਹਨਾਂ ਵਿੱਚ ਗੂੜਾ ਸੰਬੰਧ ਹੁੰਦਾ ਹੈ। ਅਗਲਾ ਪੁਆਇੰਟ ਹੈ, ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਹੈ। ਭਾਰਤ ਵਿੱਚ ਮੰਤਰੀ ਪਰਿਸ਼ਦ ਲੋਕ ਸਭਾ ਵਿੱਚ ਬਹੁਸੰਮਤੀ ਅਤੇ ਵਿਸ਼ਵਾਸ ਤੱਕ ਆਪਣੇ ਅਹੁਦੇ 'ਤੇ ਰਹਿੰਦੇ ਹਨ ਅਤੇ ਜੇਕਰ ਲੋਕ ਸਭਾ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਮੰਤਰੀ ਪਰਿਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਹੈ। ਇਸ ਪ੍ਰਕਾਰ ਇਹ ਚੌਥੀ ਵਿਸ਼ੇਸ਼ਤਾ ਹੋ ਗਈ ਸੰਸਦੀ ਪ੍ਰਣਾਲੀ ਦੀ ਕਿ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਹੈ। ਮੰਤਰੀ ਪਰਿਸ਼ਦ ਨੂੰ ਕਦੇ ਵੀ ਹਟਾਇਆ ਜਾ ਸਕਦਾ ਹੈ ਲੋਕ ਸਭਾ ਦੁਆਰਾ। ਅਗਲਾ ਪ੍ਰਸ਼ਨ ਹੈ, ਮੰਤਰੀ ਪਰਿਸ਼ਦ ਦੀ ਸਾਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ। ਉੱਤਰ ਹੈ, ਸੰਸਦੀ ਸਰਕਾਰ ਵਿੱਚ ਮੰਤਰੀ ਪਰਿਸ਼ਦ ਆਪਣੇ ਸਾਰੇ ਕਾਰਜਾਂ ਲਈ ਕੇਂਦਰ ਵਿੱਚ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਅਤੇ ਜਾਂ ਰਾਜਾਂ ਵਿੱਚ ਵਿਧਾਨ ਮੰਡਲ ਦੇ ਹੇਠਲੇ ਸਦਨ ਸਾਹਮਣੇ ਸਾਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦਾ ਹੈ। ਮੰਤਰੀ ਪਰਿਸ਼ਦ ਦੁਆਰਾ ਲਏ ਗਏ ਹਰ ਫੈਸਲੇ ਲਈ ਸਾਰੀ ਮੰਤਰੀ ਪਰਿਸ਼ਦ ਸਾਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੁੰਦੀ ਹੈ। ਇਸ ਦਾ ਭਾਵ ਇਹ ਹੈ ਕਿ ਜੇਕਰ ਸੰਸਦ ਵਿੱਚ ਕਿਸੇ ਇੱਕ ਮੰਤਰੀ ਦੇ ਵਿਰੁੱਧ ਨਿੰਦਾ ਪ੍ਰਸਤਾਵ ਜਾਂ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਮੰਤਰੀ ਪਰਿਸ਼ਦ ਨੂੰ ਸਮੁੱਚੇ ਤੌਰ 'ਤੇ ਅਸਤੀਫਾ ਦੇਣਾ ਪੈਂਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਨੇ ਸੰਸਦੀ ਪ੍ਰਣਾਲੀ ਦੀ ਸਰਕਾਰ ਨੂੰ ਕਿਉਂ ਅਪਣਾਇਆ। ਉੱਤਰ ਹੈ, ਭਾਵੇਂ ਕਿ ਸੰਵਿਧਾਨ ਸਭਾ ਦੇ ਬਹੁਤੇ ਮੈਂਬਰ ਸੰਸਦੀ ਪ੍ਰਣਾਲੀ ਦੇ ਹੱਕ ਵਿੱਚ ਨਹੀਂ ਸਨ, ਪਰ ਫਿਰ ਵੀ ਭਾਰਤ ਨੇ ਸੰਸਦੀ ਪ੍ਰਣਾਲੀ ਦੀ ਸਰਕਾਰ ਨੂੰ ਅਪਣਾਇਆ। ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਅਪਣਾਏ ਜਾਣ ਦੇ ਹੇਠ ਲਿਖੇ ਕਾਰਨ। ਨੰਬਰ 1,
ਪੁਰਾਣਾ ਤਜਰਬਾ। ਸਾਡੇ ਦੇਸ਼ ਵਿੱਚ ਆਲਰੇਡੀ 1919 ਦੇ ਵਿੱਚ 1935 ਦੇ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਹੈ। ਭਾਰਤ ਨੂੰ ਸੰਸਦੀ ਸਰਕਾਰ ਚਲਾਉਣ ਦਾ ਪੁਰਾਣਾ ਤਜਰਬਾ ਸੀ, ਕਿਉਂਕਿ ਸੁਤੰਤਰਤਾ ਤੋਂ ਪਹਿਲਾਂ ਹੀ ਭਾਰਤ ਵਿੱਚ ਇਸ ਪ੍ਰਣਾਲੀ ਦੀ ਸਰਕਾਰ ਕੇਂਦਰ ਅਤੇ ਰਾਜਾਂ ਵਿੱਚ ਲਾਗੂ ਕੀਤੀ ਜਾ ਗਈ ਸੀ। ਉਸ ਤੋਂ ਬਾਅਦ ਹੈ ਨੰਬਰ 2 ਜ਼ਿੰਮੇਵਾਰ ਸਰਕਾਰ। ਸੰਸਦੀ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕਾਰਜਪਾਲਿਕਾ ਆਪਣੇ ਸਾਰੇ ਕੰਮਾਂ ਦੇ ਲਈ ਵਿਧਾਨ ਪਾਲਿਕਾ ਦੇ ਅੱਗੇ ਜ਼ਿੰਮੇਵਾਰ ਹੁੰਦੀ ਹੈ, ਇਸ ਲਈ ਵੀ ਇਸ ਨੂੰ ਅਪਣਾਇਆ ਗਿਆ। ਤੀਸਰਾ ਹੈ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਡੂੰਘਾ ਸੰਬੰਧ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਇਸ ਦੇ ਵਿੱਚ ਕਾਰਜਪਾਲਿਕਾ ਜਿਹੜੀ ਹੁੰਦੀ ਹੈ ਵਿਧਾਨ ਪਾਲਿਕਾ ਵਿੱਚੋਂ ਹੀ ਚੁਣੀ ਜਾਂਦੀ ਹੈ ਅਤੇ ਵਿਧਾਨ ਪਾਲਿਕਾ ਦੇ ਅੱਗੇ ਆਪਣੇ ਕੰਮਾਂ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ, ਔਰ ਇਹਨਾਂ ਨੂੰ ਹਟਾਉਣ ਦਾ ਵੀ ਅਧਿਕਾਰ ਹੁੰਦਾ ਹੈ, ਅਤੇ ਇਸ ਲਈ ਵੀ ਇਸ ਨੂੰ ਅਖਤਿਆਰ ਕੀਤਾ ਗਿਆ। ਅਗਲਾ ਪੁਆਇੰਟ ਹੈ ਸੰਵਿਧਾਨ ਸਭਾ ਦੇ ਵਧੇਰੇ ਮੈਂਬਰ ਦਾ ਸਮਰਥਨ। ਸੰਵਿਧਾਨ ਸਭਾ ਦੇ ਵਧੇਰੇ ਮੈਂਬਰ ਵੀ ਸੰਸਦੀ ਪ੍ਰਣਾਲੀ ਦੇ ਹੱਕ ਵਿੱਚ ਸਨ। ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ BR ਅੰਬੇਦਕਰ, ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਇਸ ਪ੍ਰਣਾਲੀ ਦੇ ਹੱਕ ਵਿੱਚ ਸਨ। ਇਸ ਪ੍ਰਕਾਰ ਇਹ ਰੀਜ਼ਨ ਸਨ ਕਿ ਸੰਸਦੀ ਪ੍ਰਣਾਲੀ ਦੀ ਸਰਕਾਰ ਨੂੰ ਅਪਣਾਇਆ ਗਿਆ ਭਾਰਤ ਵਿੱਚ। ਅਗਲਾ ਪ੍ਰਸ਼ਨ ਹੈ ਭਾਰਤੀ ਸੰਸਦੀ ਪ੍ਰਣਾਲੀ ਦੇ ਦੋਸ਼ਾਂ ਦਾ ਵਰਣਨ ਕਰੋ। ਨੰਬਰ 1 ਦੋਸ਼ ਹੈ ਬਹੁਦਲ ਪ੍ਰਣਾਲੀ। ਭਾਰਤ ਵਿੱਚ ਪਾਈ ਜਾਣ ਵਾਲੀ ਬਹੁਦਲੀ ਪ੍ਰਣਾਲੀ ਸੰਸਦੀ ਸਰਕਾਰ ਦੀ ਸਫਲਤਾ ਵਿੱਚ ਬਹੁਤ ਵੱਡੀ ਰੁਕਾਵਟ ਹੈ, ਕਿਉਂਕਿ ਬਹੁਦਲੀ ਪ੍ਰਣਾਲੀ ਹੋਣ ਕਰਕੇ ਕਈ ਵਾਰੀ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦੀ ਹੈ, ਜਿਸ ਕਰਕੇ ਸਰਕਾਰ ਬਣਾਉਣ ਵਿੱਚ ਬਹੁਤ ਹੀ ਔਖ ਜਾਂ ਕਠਿਨਾਈ ਪੇਸ਼ ਆਉਂਦੀ ਹੈ, ਅਤੇ ਇਸ ਕਰਕੇ ਇਹ ਇੱਕ ਬਹੁਤ ਵੱਡਾ ਦੋਸ਼ ਹੈ ਬਹੁਦਲ ਪ੍ਰਣਾਲੀ ਦਾ। ਅਗਲਾ ਪ੍ਰਸ਼ਨ ਹੈ ਸਵਸਥ ਪਰੰਪਰਾਵਾਂ ਦੀ ਅਣਹੋਂਦ। ਸੰਸਦੀ ਸਰਕਾਰ ਦੀ ਸਫਲਤਾ ਲਈ ਕਿਸੇ ਦੇਸ਼ ਵਿੱਚ ਚੰਗੀ ਪਰੰਪਰਾਵਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੰਗਲੈਂਡ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਅਤੇ ਉੱਥੇ ਚੰਗੀਆਂ ਪਰੰਪਰਾਵਾਂ ਹੋਣ ਕਾਰਨ ਸਫਲਤਾਪੂਰਵਕ ਇਹ ਚੱਲ ਰਹੀ ਹੈ, ਪਰ ਭਾਰਤ ਵਿੱਚ ਅੱਜ ਤੱਕ ਚੰਗੀਆਂ ਪਰੰਪਰਾਵਾਂ ਨਹੀਂ ਪਾਈਆਂ ਗਈਆਂ ਹਨ। ਇੱਥੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ 'ਚ ਸਾਬਿਤ ਹੋਣ 'ਤੇ ਵੀ ਤਿਆਗ ਪੱਤਰ ਨਹੀਂ ਦਿੰਦੇ ਹਨ। ਪ੍ਰਧਾਨ ਮੰਤਰੀ ਕੋਲੋਂ ਬਹੁਸੰਮਤੀ ਦਾ ਵਿਸ਼ਵਾਸ ਖੁੱਸ ਜਾਣ 'ਤੇ ਵੀ ਅਸਤੀਫਾ ਨਹੀਂ ਦਿੱਤਾ ਜਾਂਦਾ ਹੈ, ਅਤੇ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇੱਥੇ ਚੰਗੀ ਪਰੰਪਰਾਵਾਂ ਦੀ ਅਣਹੋਂਦ ਹੈ। ਅਗਲਾ ਪੁਆਇੰਟ ਹੈ ਵਿਧਾਨਕਾਰਾਂ ਦਾ ਘਟੀਆ ਪੱਧਰ। ਭਾਰਤ ਵਿੱਚ ਜਨਤਾ ਅਨਪੜ੍ਹ ਹੋਣ ਕਰਕੇ ਅਜਿਹੇ ਵਿਧਾਨਕਾਰਾਂ ਦੀ ਚੋਣ ਕਰ ਲੈਂਦੀ ਹੈ ਜਿਹੜਾ ਬਹੁਤ ਸਿਆਣੇ ਨਹੀਂ ਹੁੰਦੇ। ਵਿਧਾਨਕਾਰਾਂ ਜਾਂ ਤਾਂ ਸੰਸਦ ਵਿੱਚ ਜਾਂਦੇ ਨਹੀਂ ਜਾਂ ਵਿਚਾਰ ਵਟਾਂਦਰੇ ਵਿੱਚ ਹਿੱਸਾ ਹੀ ਨਹੀਂ ਲੈਂਦੇ। ਇਹਨਾਂ ਵਿੱਚੋਂ ਕਈ ਸਦਨ ਵਿੱਚ ਬੈਠ ਕੇ ਉਬਾਸੀਆਂ ਮਾਰਦੇ ਹਨ, ਛੋਟੀਆਂ ਗੱਲਾਂ 'ਤੇ ਇਤਰਾਜ਼ ਕਰਦੇ ਹਨ ਅਤੇ ਹੱਥੇ ਪਾਈ 'ਤੇ ਉਤਰ ਆਉਂਦੇ ਹਨ, ਸ਼ੋਰ ਸ਼ਰਾਬੇ ਕਰਦੇ ਹਨ ਅਤੇ ਸੰਸਦ ਛੱਡ ਕੇ ਬਾਹਰ ਚਲ ਜਾਂਦੇ ਹਨ। ਅਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਵਿਧਾਨਕਾਰਾਂ ਦਾ ਘਟੀਆ ਪੱਧਰ ਹੈ। ਅਗਲਾ ਪੁਆਇੰਟ ਹੈ ਵੋਟਰਾਂ ਵਿੱਚ ਦਿਲਚਸਪੀ ਦੀ ਘਾਟ। ਭਾਰਤ ਵਿੱਚ ਹਾਲੇ ਵੀ 50 ਤੋਂ 60% ਲੋਕ ਹੀ ਵੋਟ 'ਚ ਹਿੱਸਾ ਪਾਉਂਦੇ। ਇਸ ਲਈ ਸਿਰਫ ਲਾਸਟ ਇਲੈਕਸ਼ਨ 'ਚ ਦੇਖਿਆ ਗਿਆ ਕਿ ਤਕਰੀਬਨ 67-68% ਵੋਟ ਪਿਆ ਸੀ, ਨਹੀਂ ਤਾਂ 50 ਤੋਂ 60% ਦੇ ਕਰੀਬ ਹੀ ਵੋਟਾਂ ਪੈਂਦੀਆਂ ਹਨ ਅਤੇ ਹਿੱਸਾ ਲੈਂਦੇ ਹਨ ਅਤੇ ਸਰਕਾਰ ਨੂੰ ਚੁਣਦੇ ਹਨ। ਵੋਟਰਾਂ ਦਾ ਇਹ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸਰਕਾਰ ਚੁਣਨ ਦੇ ਵਿੱਚ ਦਿਲਚਸਪੀ ਹੀ ਨਹੀਂ ਲੈਂਦਾ ਹੈ, ਅਤੇ ਸੰਸਦੀ ਪ੍ਰਣਾਲੀ ਦੇ ਅੱਗੇ ਬਹੁਤ ਵੱਡੀ ਰੁਕਾਵਟ ਅਤੇ ਬਹੁਤ ਵੱਡੀ ਚੁਣੌਤੀ ਹੈ, ਅਤੇ ਇਹ ਸਾਡੇ ਸੰਸਦੀ ਪ੍ਰਣਾਲੀ ਦਾ ਇੱਕ ਬਹੁਤ ਵੱਡਾ ਦੋਸ਼ ਵੀ ਹੈ। ਅਤੇ ਇਹ ਸਨ 4 ਨੰਬਰ ਵਾਲੇ ਪ੍ਰਸ਼ਨ ਸਾਡੇ ਸੰਸਦੀ ਪ੍ਰਣਾਲੀ ਵਾਲੇ ਚੈਪਟਰ 'ਚੋਂ। ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇਗਾ, ਅਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।